विचारी तां परोपकारी चैनल ते आप सब दा स्वागत है। अज असीं गल करांगे पंजाबी दे अखाण मुहावरिਆਂ ਦੀ। ਕਿਸੇ ਅਜਿਹੀ ਆਖੀ ਗਈ ਗੱਲ ਨੂੰ ਅਖਾਣ ਕਹਿੰਦੇ ਹਨ ਜਿਸ ਦੇ ਬਹੁਤ ਥੋੜੇ ਸ਼ਬਦਾਂ ਵਿੱਚ ਜੀਵਨ ਦਾ ਤੱਤ ਨਿਚੋੜ ਸਮਾਇਆ ਹੋਵੇ। ਅਖਾਣਾਂ ਦੇ ਸ਼ਬਦਾਂ ਵਿੱਚ ਕੋਈ ਨਾ ਕੋਈ ਸੱਚ ਛੁਪਿਆ ਹੁੰਦਾ ਹੈ ਜਿਸ ਨੂੰ ਥੋੜੇ ਕੀਤਿਆਂ ਝੁਠਲਾਇਆ ਨਹੀਂ ਜਾ ਸਕਦਾ। ਕਿਸੇ ਵੀ ਭਾਸ਼ਾ ਦੇ ਨੂੰ ਚੁਸਤ ਅਤੇ ਸਿੱਕੇਬੰਦ ਬਣਾਉਣ ਵਿੱਚ ਅਖਾਣ ਮੁਹਾਵਰਿਆਂ ਦਾ ਵਿਸ਼ੇਸ਼ ਸਥਾਨ ਹੁੰਦਾ ਹੈ। ਅਖਾਣਾਂ ਦੀ ਘਾੜਤ ਬੜੀ ਜੋਖਮੀ ਅਤੇ ਚਾਲ ਲੈ ਭਰਪੂਰ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਅਖਾਣਾਂ ਦੀ ਨੁਹਾਰ ਵਿੱਚ ਕੋਈ ਫਰਕ ਨਹੀਂ ਹੁੰਦਾ। ਮੁਹਾਵਰੇ ਦੀ ਸਿਰਜਣਾ ਦਾ ਆਧਾਰ ਜਿੱਥੇ ਠੁੱਕ ਨਾਲ ਗੱਲ ਕਰਨਾ ਹੁੰਦਾ ਹੈ, ਉੱਥੇ ਅਖਾਣ ਦੀ ਸਿਰਜਣਾ ਦੇ ਪਿੱਛੇ ਕੋਈ ਘਟਨਾ, ਪ੍ਰਸੰਗ, ਸਾਕਾ ਜਾਂ ਤਜਰਬਾ ਹੁੰਦਾ ਹੈ। ਅਖਾਣ ਕੋਈ ਝਟਪਟ ਸੁੱਝੀ ਹੋਈ ਗੱਲ ਨਹੀਂ ਹੁੰਦੀ। ਇਹਨਾਂ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਲੰਬਾ ਹੁੰਦਾ ਹੈ। ਇਹ ਸਾਡੇ ਪੁਰਖਿਆਂ ਦੇ ਜੀਵਨ ਅਨੁਭਵ ਦਾ ਨਿਚੋੜ ਹੁੰਦੇ ਹਨ। ਕਈ ਵਿਦਵਾਨਾਂ ਦਾ ਮਤ ਹੈ ਕਿ ਪਿੰਡਾਂ ਦੇ ਵਿੱਚ ਇਸਤਰੀਆਂ ਅਖਾਣ ਮੁਹਾਵਰਿਆਂ ਦਾ ਜ਼ਿਆਦਾ ਪ੍ਰਯੋਗ ਕਰਦੀਆਂ ਨੇ ਕਿਉਂਕਿ ਉਹਨਾਂ ਦੀ ਬੋਲੀ ਸਾਦੀ ਅਤੇ ਵਿਅੰਗਮਈ ਹੁੰਦੀ ਹੈ। ਇਹ ਵੀ ਕਿਹਾ ਜਾਂਦਾ ਕਿ ਅਖਾਣ ਹਵਾ ਦੇ ਤਰ੍ਹਾਂ ਮੂੰਹੋਂ ਮੂੰਹ ਅੱਗੇ ਵਧਦੇ ਹੋਏ ਸਦੀਆਂ ਦਾ ਪੈਂਡਾ ਤੈਅ ਕਰ ਲੈਂਦੇ ਨੇ। ਜਿਸ ਤਰ੍ਹਾਂ ਆਰੀਆ ਦੇ ਸਮੇਂ ਦੇ ਲੋਕਾਂ ਦੇ ਜਿਹੜੇ ਮੁੱਢਲੇ ਅਨੁਭਵ ਸੀ ਉਹਨਾਂ ਨੂੰ ਵੀ ਅੱਜ ਅਸੀਂ ਅਖਾਣ ਮੁਹਾਵਰਿਆਂ ਦੇ ਰੂਪ 'ਚ ਵਰਤਦੇ ਹਾਂ। ਜਦੋਂ ਪੰਜਾਬ ਦੇ ਦਰਿਆਵਾਂ ਦੇ ਕੰਢੇ ਵੇਦਾਂ ਦੀ ਰਚਨਾ ਹੋ ਰਹੀ ਸੀ ਤਾਂ ਉਸ ਸਮੇਂ ਲੋਕ ਜਿਹੜੇ ਅਖਾਣ ਮੁਹਾਵਰੇ ਵਰਤਦੇ ਸੀ ਉਹ ਸਾਨੂੰ ਰਿਗਵੇਦ ਦੇ ਸ਼ਲੋਕਾਂ ਵਿੱਚ ਮਿਲਦੇ ਨੇ, ਜਿਵੇਂ ਅੱਗ ਬਿਨਾ ਧੂੰ ਨਹੀਂ, ਨਦੀ ਨਾਵ ਸੰਜੋਗੀ ਮੇਲੇ, ਪਿਆਸਾ ਖੂਹ ਕੋਲ ਜਾਂਦਾ ਹੈ, ਖੂਹ ਪਿਆਸੇ ਕੋਲ ਨਹੀਂ ਆਉਂਦਾ। ਇਹਨਾਂ ਅਖਾਣ ਮੁਹਾਵਰਿਆਂ ਨੂੰ ਅਸੀਂ ਉਸੇ ਭਾਵਨਾ 'ਚ ਵਰਤ ਰਹੇ ਹਾਂ। ਅਖਾਣ ਮੁਹਾਵਰਿਆਂ ਵਿੱਚ ਜੀਵਨ ਦੀ ਸਾਰੀ ਸ਼ੋਖੀ ਅਤੇ ਰੰਗਤ ਭਰੀ ਹੁੰਦੀ ਹੈ। ਅਖਾਣਾਂ ਦੀ ਵਿਅੰਗਮਈ ਭਾਸ਼ਾ ਦੁਆਰਾ ਕੋਈ ਗੱਲ ਚੋਟ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਸਾਹਮਣੇ ਵਾਲੇ ਨੂੰ ਬੁਰੀ ਨਹੀਂ ਲੱਗਦੀ ਕਿਉਂਕਿ ਉਹਦੇ ਅਰਥਾਂ 'ਚ ਮਿਠਾਸ ਭਰੀ ਹੁੰਦੀ ਹੈ। ਜਿਵੇਂ ਵੱਡੀ ਘੋੜੀ ਲਾਲ ਲਗਾਮ ਜਾਂ 100 ਸਿਆਣਿਆਂ ਇੱਕ ਮੱਤ, ਮੂਰਖ ਆਪੋ ਆਪਣੀ। ਇਸ ਤਰ੍ਹਾਂ ਜਿਹੜੇ ਅਖਾਣ ਨੇ ਇਹ ਇੱਕ ਰਾਹ ਦਸੇਰੇ ਦੀ ਭੂਮਿਕਾ ਵੀ ਨਿਭਾਉਂਦੇ ਨੇ। ਅਖਾਣ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦੇ ਆ ਕਿਸੇ ਸੁਲਝੇ ਹੋਏ ਸੂਝਵਾਨ ਵਿਅਕਤੀ, ਆਮ ਜਨ ਸਧਾਰਨ 'ਚੋਂ ਜਿਹੜਾ ਵਿਅਕਤੀ ਹੁੰਦਾ ਉਹ ਕਿਸੇ ਘਟਨਾ ਜਾਂ ਪ੍ਰਸੰਗ ਨੂੰ ਦੇਖ ਕੇ ਉਹਦੇ ਮੂੰਹੋਂ ਸੁਤੇ ਸਿੱਧ ਕੋਈ ਵਾਕ ਨਿਕਲਦਾ, ਉਹ ਆਪਣੀ ਅਨੁਰੂਪਤਾ ਅਤੇ ਠੁੱਕ ਦੀ ਵਜ੍ਹਾ ਨਾਲ ਲੋਕ ਮੂੰਹਾਂ 'ਤੇ ਚੜ੍ਹ ਜਾਂਦਾ ਅਤੇ ਸਧਾਰਨ ਜਨ ਸਮੂਹ ਦੀ ਉਹਨੂੰ ਪ੍ਰਵਾਨਗੀ ਮਿਲ ਜਾਂਦੀ ਹੈ। ਅਤੇ ਜਿਹੜੇ ਦੂਸਰੇ ਤਰ੍ਹਾਂ ਦੇ ਅਖਾਣ ਨੇ ਉਹ ਸ੍ਰੇਸ਼ਟ ਸਾਹਿਤਕਾਰ ਚੇਤਨ ਰੂਪ 'ਚ ਸਿਰਜਦੇ ਨੇ। ਇਹਨਾਂ ਦੋਨਾਂ ਦੇ ਵਿੱਚ ਓਨਾ ਹੀ ਅੰਤਰ ਹੈ ਜਿੰਨਾ ਇੱਕ ਜੰਗਲੀ ਫੁੱਲ ਅਤੇ ਇੱਕ ਬਗੀਚੀ ਦੇ ਫੁੱਲ 'ਚ ਹੁੰਦਾ। ਜੰਗਲੀ ਫੁੱਲ ਦੀ ਸੁੰਦਰਤਾ ਅਤੇ ਸੁਹਜ ਜਿਹੜਾ ਹੈ ਉਹ ਕੁਦਰਤੀ ਹੁੰਦਾ ਅਤੇ ਬਗੀਚੀ ਦਾ ਫੁੱਲ ਕਹਿ ਲਓ ਤੁਸੀਂ ਵੀ ਜਿਸ ਤਰ੍ਹਾਂ ਜਿਹੜੇ ਚੇਤਨ ਰੂਪ 'ਚ ਸਾਹਿਤਕਾਰਾਂ ਦੁਆਰਾ ਜਿਹੜੇ ਅਖਾਣ ਸਿਰਜੇ ਜਾਂਦੇ ਨੇ ਉਹਨਾਂ ਦੇ ਵਿੱਚ ਉਸ ਸਾਹਿਤਕਾਰ ਦੀ ਪ੍ਰਤਿਭਾ ਹੁੰਦੀ ਹੈ। ਪੰਜਾਬੀ ਦੇ ਵਿੱਚ ਸ਼ੁਰੂ ਤੋਂ ਹੀ ਸਾਨੂੰ ਅਖਾਣ ਮਿਲਦੇ ਨੇ। ਜਿਸ ਤਰ੍ਹਾਂ ਸ਼ੇਖ ਫਰੀਦ ਦੀ ਬਾਣੀ ਦਾ ਜ਼ਿਕਰ ਕਰਦੇ ਹਾਂ ਅਸੀਂ, ਸ਼ੇਖ ਫਰੀਦ ਦੀਆਂ ਤੁਕਾਂ ਨੇ ਵੀ ਅਖਾਣਾਂ ਦਾ ਰੂਪ ਲੈ ਲਿਆ। ਸ਼ੇਖ ਫਰੀਦ ਜੀ ਕਹਿੰਦੇ ਨੇ ਕਿ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਗੁਰਬਾਣੀ ਦੀ ਗੱਲ ਕਰੀਏ, ਗੁਰਬਾਣੀ ਦੀਆਂ ਤਾਂ ਸੈਂਕੜੇ ਤੁਕਾਂ ਨੇ ਅਖਾਣਾਂ ਦਾ ਰੂਪ ਧਾਰਨ ਕਰ ਲਿਆ। ਮਨ ਜੀਤੈ ਜਗਜੀਤ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ, ਦੁੱਖ ਦਾਰੂ ਸੁਖ ਰੋਗ ਪਿਆ। ਫਿਰ ਅਸੀਂ ਕਿੱਸਾ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਵਾਰਿਸ ਸ਼ਾਹ ਲਿਖਦਾ, ਵਾਰਿਸ ਸ਼ਾਹ ਨਾਲ ਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਅਤੇ ਬੁੱਲੇ ਸ਼ਾਹ ਨੂੰ ਰੱਬ ਪਾਉਣ ਦਾ ਤਰੀਕਾ ਉਸਦੇ ਮੁਰਸ਼ਿਦ ਸ਼ਾਹ ਅਨਾਇਤ ਨੇ ਕਿੰਨਾ ਸੌਖੇ ਸ਼ਬਦਾਂ 'ਚ ਦੱਸਿਆ ਕਿ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਸਾਹਿਤ ਦੇ ਵਿੱਚ
ਜੀਵਨ ਦੇ ਹਰ ਪਹਿਲੂ ਨਾਲ, ਕੀ ਸਮਾਜਿਕ, ਕੀ ਆਰਥਿਕ, ਰਾਜਨੀਤਿਕ, ਇਤਿਹਾਸਿਕ, ਭੂਗੋਲਿਕ, ਹਰ ਤਰ੍ਹਾਂ ਦੇ ਸਾਨੂੰ ਅਖਾਣ ਮੁਹਾਵਰੇ ਮਿਲਦੇ ਨੇ। ਅੱਜ ਮੈਂ ਕੁਝ ਅਖਾਣ ਮੁਹਾਵਰੇ ਤੁਹਾਡੇ ਨਾਲ ਸਾਂਝੇ ਕਰਾਂਗੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਮੁਹਾਵਰਾ ਆੜੇ ਹੱਥੀ ਲੈਣਾ। ਆੜੇ ਹੱਥੀ ਲੈਣਾ ਮਤਲਬ ਆਪਣੇ ਵਿਰੋਧੀ ਤੇ ਹਮਲਾ ਕਰਨਾ, ਉਹਦਾ ਪੂਰਾ ਮੁਕਾਬਲਾ ਕਰਨਾ। ਜਦੋਂ ਕੋਈ ਵਿਅਕਤੀ ਆਪਣੇ ਵਿਰੋਧੀ ਤੇ ਹਮਲਾ ਕਰਨ ਸਮੇਂ ਆਪਣੇ ਹੱਥਾਂ ਨੂੰ ਪੰਜਿਆਂ ਦੇ ਰੂਪ ਦਿੰਦਾ ਸੀ, ਤਾਂ ਜਿਹੜਾ ਇਹ ਪੰਜੇ ਦਾ ਆਕਾਰ ਸੀ ਉਹ ਆੜੇ ਦਾ ਰੂਪ ਧਾਰਨ ਕਰ ਲੈਂਦਾ ਸੀ। ਇਸ ਲਈ ਕਿਹਾ ਜਾਂਦਾ ਕਿ ਫਲਾਣੇ ਨੇ ਤਾਂ ਫਲਾਣੇ ਨੂੰ ਬੜਾ ਆੜੇ ਹੱਥੀ ਲਿਆ, ਭਾਵ ਉਹਦਾ ਖੂਬ ਉਹਨੂੰ ਮਜ਼ਾ ਚਕਾਇਆ, ਉਹਦਾ ਮੁਕਾਬਲਾ ਕੀਤਾ। ਫਿਰ ਇੱਕ ਆਉਂਦਾ ਹੈ ਪੰਜ ਪਾਜੇ ਪੂਰੇ ਨਾ ਹੋਣ। ਇੱਥੇ ਪਾਜੇ ਦਾ ਅਰਥ ਅਡੰਬਰ, ਦਿਖਾਵੇ ਤੋਂ। ਜਦੋਂ ਕੋਈ ਵਿਅਕਤੀ ਆਪਣੇ ਆਧਾਰਭੂਤ ਲੋੜਾਂ ਹੀ ਪੂਰੀਆਂ ਨਾ ਕਰ ਸਕੇ ਜਾਂ ਮਜਬੂਰੀ ਵਸ ਕੋਈ ਕੰਮ ਕਰਦਾ, ਤਾਂ ਉਦੋਂ ਇਸ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹਦਾ ਸੰਬੰਧ ਪੇਂਡੂ ਘਰੋਗੀ ਔਰਤਾਂ ਨਾਲ ਮੰਨਿਆ ਜਾਂਦਾ ਹੈ, ਕਿਉਂਕਿ ਔਰਤ ਤੇ 5 ਤਰ੍ਹਾਂ ਦੇ ਕੰਮਾਂ ਦਾ ਜ਼ਿੰਮੇਵਾਰੀ ਹੁੰਦੀ ਸੀ। ਜਿਵੇਂ ਪਹਿਲਾ ਹੈ ਸੱਸ ਸਹੁਰੇ ਦੀ ਸੇਵਾ ਕਰਨਾ, ਪਤੀ ਦੀ ਆਗਿਆ ਦਾ ਪਾਲਣ ਕਰਨਾ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ, ਚੁੱਲ੍ਹੇ ਚੌਂਕੇ ਦਾ ਕੰਮ ਕਰਨਾ ਅਤੇ ਘਰ ਦੀ ਸਾਫ਼ ਸਫਾਈ ਦਾ ਕੰਮ। ਜਦੋਂ ਕੋਈ ਗਵਾਂਢਣ ਆ ਕੇ ਇਹ ਦੂਸਰੇ ਨੂੰ ਪੁੱਛਦੀ ਸੀ ਕਿ ਭੈਣੇ ਕੀ ਕਰਦੀ ਆ, ਤਾਂ ਉਹ ਅੱਕੀ ਥੱਕੀ ਕਹਿੰਦੀ ਸੀ ਕਿ ਭੈਣੇ ਮੈਂ ਕੀ ਕਰਨਾ, ਮੇਰੇ ਤਾਂ 5 ਪਾਜੇ ਹੀ ਪੂਰੇ ਨਹੀਂ ਹੁੰਦੇ। ਭਾਵ ਉਹਦੀ ਜਿਹੜੀਆਂ ਘਰੇਲੂ ਜ਼ਿੰਮੇਵਾਰੀਆਂ ਸੀ ਉਹੀ ਉਸ ਤੋਂ ਮਸਾਂ ਹੀ ਪੂਰੀਆਂ ਹੁੰਦੀਆਂ ਸੀ। ਤੇ ਅਸੀਂ ਜੇ ਅੱਜ ਦੇ ਸੰਦਰਭ 'ਚ ਦੇਖੀਏ, ਸਾਡੇ ਜਿਹੜੇ ਇਹ ਧਾਰਮਿਕ ਤੇ ਸਮਾਜਿਕ ਰਸਮਾਂ ਨੇ ਇਹ ਵੀ ਪਾਜਿਆਂ ਦਾ ਰੂਪ ਹੀ ਧਾਰਨ ਕਰ ਗਈਆਂ ਨੇ, ਇੱਕ ਅਡੰਬਰ, ਇੱਕ ਵਿਖਾਵਾ ਬਣ ਕੇ ਹੀ ਰਹਿ ਗਈਆਂ ਹਨ। ਇੱਕ ਮੁਹਾਵਰਾ ਇਹ ਵੀ ਬੜਾ ਵਰਤਿਆ ਜਾਂਦਾ, 4 ਚੰਨ ਲਾਉਣੇ। ਇੱਥੇ ਚੰਨ ਦਾ ਭਾਵ ਕੋਈ ਉਪਗ੍ਰਹਿ ਤੋਂ ਨਹੀਂ ਹੈ। ਇੱਥੇ ਚੰਨ ਸੁੰਦਰਤਾ ਦਾ ਪ੍ਰਤੀਕ ਹੈ। ਸੁੰਦਰਤਾ ਦਾ ਪ੍ਰਤੀਕ ਹੈ। ਜਿਵੇਂ ਫਾਰਸੀ ਸੌਂਦਰਿਆ ਸ਼ਾਸਤਰ ਦੇ ਵਿੱਚ ਜਿਹੜੀ 4 ਦੀ ਗਿਣਤੀ ਆ, ਉਹਦਾ ਪ੍ਰਯੋਗ ਇਸਤਰੀਆਂ ਦੀ ਸੁੰਦਰਤਾ ਨੂੰ ਪ੍ਰਗਟਾਉਣ ਲਈ ਕੀਤਾ ਜਾਂਦਾ। ਇਸ ਤੋਂ ਇਲਾਵਾ 4 ਵੇਦ, 4 ਕਤੇਬ, 4 ਖਲੀਫੇ, 4 ਫਰਿਸ਼ਤੇ, 4 ਖਾਣੀਆਂ, 4 ਕੁੰਭ ਆਸ਼ਰਮ, 4 ਯੁੱਗ ਵੀ ਨੇ। ਤੇ ਜਦੋਂ ਕੋਈ ਵਿਅਕਤੀ ਆਪਣੀ ਕਲਾ ਜਾਂ ਸਾਧਨਾ ਰਾਹੀਂ ਕੋਈ ਅਜਿਹਾ ਕੰਮ ਕਰਦਾ ਜਿਸ ਦੇ ਨਾਲ ਉਹਦਾ ਆਪਣਾ ਪਰਿਵਾਰ ਦਾ, ਸਮਾਜ ਦਾ ਜਾਂ ਦੇਸ਼ ਦਾ ਨਾਂ ਰੋਸ਼ਨ ਹੁੰਦਾ, ਤਾਂ ਉਦੋਂ ਇਸ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਉਸਨੇ ਤਾਂ 4 ਚੰਨ ਹੀ ਲਾ ਦਿੱਤੇ। ਉਸ ਤੋਂ ਬਾਅਦ ਇੱਕ ਅਖਾਣ ਅਸੀਂ ਅਕਸਰ ਵਰਤਦੇ ਹਾਂ ਕਿ ਪਿੰਡ ਗਹੀਰਿਆਂ ਤੋਂ ਪਛਾਣੇ ਜਾਂਦੇ। ਗਹੀਰੇ ਮਹਿਜ਼ ਪਸ਼ੂਆਂ ਦੇ ਗੋਬਰ ਤੋਂ ਤਿਆਰ ਪਾਥੀਆਂ ਦਾ ਢੇਰ ਹੀ ਨਹੀਂ ਹੁੰਦਾ, ਸਗੋਂ ਜਦੋਂ ਅਸੀਂ ਇਹਨਾਂ ਦੀਆਂ ਪਰਤਾਂ ਨੂੰ ਫਰੋਲਦੇ ਹਾਂ ਤਾਂ ਇਹ ਪਿੰਡ ਦੀ ਰੱਜੀ ਰੂਹ ਦਾ ਪ੍ਰਤੀਕ ਨੇ। ਉੱਥੋਂ ਸਾਨੂੰ ਪਤਾ ਲੱਗਦਾ ਹੈ। ਪੇਂਡੂ ਆਰਥਿਕਤਾ ਦਾ ਆਧਾਰ ਖੇਤੀਬਾੜੀ ਹੈ। ਖੇਤੀਬਾੜੀ ਦੇ ਨਾਲ ਜਿਹੜਾ ਪਸ਼ੂ ਧਨ ਆ ਉਹ ਵੀ ਇੱਕ ਅਹਿਮ ਸਥਾਨ ਰੱਖਦਾ। ਖੇਤੀਬਾੜੀ ਦਾ ਕੰਮ ਸਖਤ ਹੈ ਤੇ ਖੇਤਾਂ ਦੇ ਵਿੱਚ ਹਲ ਵਾਹੁਣ ਲਈ ਜੋਗ ਦੀ ਲੋੜ ਹੁੰਦੀ ਸੀ। ਜੋਗ ਮਤਲਬ ਬਲਦਾਂ ਦੀ ਜੋੜੀ, ਜਿਨ੍ਹਾਂ ਦੀ ਸਹਾਇਤਾ ਨਾਲ ਹਲ ਵਾਹਿਆ ਜਾਂਦਾ ਸੀ। ਤੇ ਇਸ ਜੋਗ ਨੂੰ ਚਲਾਉਣ ਲਈ ਹਾਲੀ ਕਿਸਾਨ ਦੀ ਲੋੜ ਹੁੰਦੀ ਸੀ। ਤੇ ਇਹ ਕੰਮ ਬੜਾ ਸਖਤ ਤੇ ਮਿਹਨਤ ਵਾਲਾ ਹੈ। ਤਾਂ ਜਿਹੜਾ ਹਾਲੀ ਹੈ ਉਹ ਕੋਈ ਫੱਕਰ ਫਕੀਰ ਨਹੀਂ, ਮਾੜਾ ਧੀੜਾ ਦੇ ਵੱਸ ਦਾ ਰੋਗ ਨਹੀਂ ਸੀ ਇਹ, ਸਗੋਂ ਉਹ ਵੀ ਸਰੀਰਕ ਪੱਖੋਂ ਪੂਰਾ ਤੰਦਰੁਸਤ ਹੋਣਾ ਚਾਹੀਦਾ। ਉਹ ਤੰਦਰੁਸਤ ਕਦੋਂ ਹੋਊਗਾ? ਜਦੋਂ ਦੁੱਧ, ਦਹੀਂ, ਲੱਸੀ, ਮੱਖਣ ਖਾਏਗਾ ਤਾਂ ਸਰੀਰਕ ਤੌਰ ਤੇ ਤੰਦਰੁਸਤ ਹੋਊਗਾ। ਫਿਰ ਇਹ ਦੋਨੋਂ ਜੋਗ ਤੇ ਜੋਗੀ ਭਾਵ ਕਿਸਾਨ ਮਿਲ ਕੇ ਖੇਤਾਂ 'ਚ ਹਲ ਚਲਾਉਂਦੇ ਆ ਤੇ ਚੰਗੀ ਉਪਜ ਹੁੰਦੀ ਹੈ। ਚੰਗੀ ਉਪਜ ਹੁੰਦੀ ਹੈ ਤਾਂ ਘਰ ਦੇ ਵਿੱਚ ਖੁਸ਼ਹਾਲੀ ਹੁੰਦੀ ਹੈ। ਘਰ ਦੇ ਜੀਆਂ ਦਾ ਉਹ ਰੱਜ ਕੇ ਖਾਂਦੇ ਨੇ, ਉਹਨਾਂ ਦੀ
रूहां तृप्त ਹੁੰਦੀਆਂ ਨੇ। ਤਾਂ ਇਸ ਤਰ੍ਹਾਂ ਜਿਹੜੇ ਇਹ ਗਹੀਰੇ ਨੇ ਉਹ ਪਿੰਡ ਦੀਆਂ ਰੱਜੀਆਂ ਰੂਹਾਂ ਦਾ ਪ੍ਰਤੀਕ ਨੇ। ਇੱਕ ਅਖਾਣ ਹੈ, ਅਕਲਾਂ ਬਾਝੋਂ ਖੂਹ ਖਾਲੀ। ਸਾਡੇ ਪੁਰਾਤਨ ਸਮੇਂ ਦੇ ਵਿੱਚ ਗੁਰੂਕੁਲਾਂ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ। ਜਿਹੜੇ ਉਦੋਂ ਗੁਰੂ ਹੁੰਦੇ ਸੀ ਉਹ ਆਪਣੇ ਚੇਲਿਆਂ ਦੇ ਸਮੇਂ-ਸਮੇਂ ਪ੍ਰੀਖਿਆ ਲੈਂਦੇ ਰਹਿੰਦੇ ਸੀ ਤੇ ਉਹਨਾਂ ਦੀ ਸੂਝ ਨੂੰ ਪਰਖਦੇ ਰਹਿੰਦੇ ਸੀ। ਇੱਕ ਵਾਰੀ ਇਸੇ ਤਰ੍ਹਾਂ ਇੱਕ ਗੁਰੂ ਨੇ ਆਪਣੇ ਇੱਕ ਸ਼ਾਗਿਰਦ ਨੂੰ ਖੂਹ ਤੋਂ ਪਾਣੀ ਲਿਆਉਣ ਲਈ ਭੇਜਿਆ। ਤਾਂ ਉਹ ਉੱਥੇ ਗਿਆ, ਉੱਥੇ ਉਸਨੇ ਡੋਲ ਜਿਹੜੀ ਖੂਹ ਤੇ ਪਈ ਸੀ ਉਹਨੂੰ ਖੂਹ ਦੇ ਵਿੱਚ ਸੁੱਟਿਆ, ਖਿੱਚਿਆ ਤਾਂ ਉਹ ਖਾਲੀ ਵਾਪਸ ਆ ਗਈ। ਉਹਨੇ ਉਹਨੂੰ ਉੱਥੇ ਹੀ ਵਾਪਸ ਰੱਖਿਆ ਤੇ ਆਪਣੇ ਗੁਰੂ ਕੋਲ ਆ ਕੇ ਕਹਿੰਦਾ, ਜੀ ਗੁਰੂ ਜੀ ਖੂਹ ਤਾਂ ਖਾਲੀ ਆ, ਉਹਦੇ 'ਚ ਤਾਂ ਪਾਣੀ ਨਹੀਂ ਹੈ। ਫਿਰ ਗੁਰੂ ਜੀ ਨੇ ਦੂਸਰੇ ਚੇਲੇ ਨੂੰ ਭੇਜਿਆ, ਉਹ ਗਿਆ, ਉਹਨੇ ਵੀ ਉਸੇ ਤਰ੍ਹਾਂ ਉਸ ਡੋਲ ਨੂੰ ਚੁੱਕਿਆ, ਖੂਹ 'ਚ ਸੁੱਟਿਆ, ਖਿੱਚਿਆ ਤਾਂ ਉਹ ਖਾਲੀ ਆ ਗਈ ਵਾਪਸ। ਉਹ ਵਾਪਸ ਨਹੀਂ ਮੁੜਿਆ, ਸਗੋਂ ਉਹਨੇ ਅੱਗੇ ਝੁੱਕ ਕੇ ਖੂਹ ਨੂੰ ਦੇਖਿਆ। ਤਾਂ ਫਿਰ ਉਹਨੇ ਉਹਦੇ ਸਿਰ ਤੇ ਜਿਹੜੀ ਇੱਕ ਪਗੜੀ ਲਪੇਟੀ ਹੋਈ ਸੀ ਉਹਨੂੰ ਉਸ ਰੱਸੀ ਦੇ ਨਾਲ ਬੰਨਿਆ ਤੇ ਦੁਬਾਰਾ ਖੂਹ 'ਚ ਸੁੱਟੇ ਡੋਲ, ਤਾਂ ਉਹ ਪਾਣੀ ਨਾਲ ਭਰ ਗਈ। ਤਾਂ ਉਹ ਪਾਣੀ ਲੈ ਕੇ ਗੁਰੂ ਜੀ ਕੋਲ ਆਇਆ। ਤਾਂ ਉਸ ਸਮੇਂ ਉਸ ਗੁਰੂ ਨੇ ਕਿਹਾ ਕਿ ਅਕਲਾਂ ਬਾਝੋਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਆ, ਖਾਲੀ ਹੁੰਦੇ ਆ, ਪ੍ਰਤੀਤ ਹੁੰਦੇ ਆ। ਭਾਵ ਜੇ ਅਸੀਂ ਆਪਣੀ ਅਕਲ ਦੀ ਵਰਤੋਂ ਨਹੀਂ ਕਰਦੇ ਤਾਂ ਜ਼ਿੰਦਗੀ 'ਚ ਕੁਝ ਵੀ ਹਾਸਲ ਨਹੀਂ ਕਰ ਸਕਦੇ। ਇੱਕ ਮੁਹਾਵਰਾ ਹੈ, ਚੌਂਹਟੇ ਚੁੱਕਣਾ। ਚੌਂਹਟੇ ਚੁੱਕਣਾ ਨੂੰ ਕਈ ਵਾਰੀ ਫੱਟੇ ਚੁੱਕਣਾ ਦੇ ਨਾਲ ਅਸੀਂ ਉਸੇ ਸੰਦਰਭ 'ਚ ਹੀ ਇਹਨੂੰ ਲੈ ਲੈਂਦੇ ਹਾਂ, ਜਦੋਂ ਕਿ ਇਹਨਾਂ ਦੇ ਦੋਨਾਂ ਦੇ ਅਰਥਾਂ 'ਚ ਫਰਕ ਹੈ। ਫੱਟੇ ਚੁੱਕਣਾ ਕਿਸੇ ਔਖੇ ਤੇ ਜ਼ਿੰਮੇਵਾਰੀ ਭਰੇ ਕੰਮ ਨੂੰ ਪੂਰਾ ਕਰਨਾ ਹੁੰਦਾ ਹੈ, ਜਦੋਂ ਕਿ ਚੌਂਹਟੇ ਚੁੱਕਣਾ ਦਾ ਅਰਥ ਤਬਾਹੀ ਬਰਬਾਦੀ ਤੋਂ ਹੈ। ਜਦੋਂ ਅਸੀਂ ਇਹਦੀਆਂ ਪਰਤਾਂ ਫਰੋਲਦੇ ਹਾਂ ਤਾਂ ਇਹਦੀ ਜਿਹੜੀ ਜੜ ਹੈ ਉਹ ਸਿੰਧ ਘਾਟੀ ਦੀ ਸੱਭਿਅਤਾ ਦੇ ਨਾਲ ਜਾ ਜੁੜਦੀ ਹੈ। ਸਿੰਧ ਘਾਟੀ ਦੀ ਸੱਭਿਅਤਾ ਦੇ ਸਮੇਂ ਚੌਪੜਨੁਮਾ ਬਾਜ਼ਾਰ ਹੁੰਦੇ ਸੀ। ਚੌਪੜਨੁਮਾ ਬਾਜ਼ਾਰਾਂ ਦੇ ਵਿੱਚ ਚਾਰੇ ਪਾਸੇ ਹੱਡੀਆਂ ਤੇ ਵਿਚਕਾਰ ਵਿਹੜਾ ਹੁੰਦਾ ਸੀ ਤੇ ਜਦੋਂ ਕੋਈ ਵੀ ਹਮਲਾਵਰ ਜਾਂ ਧਾੜਵੀ ਹਮਲਾ ਕਰਦਾ ਸੀ ਤਾਂ ਉਹ ਇਸ ਚੌਪੜਨੁਮਾ ਬਾਜ਼ਾਰ ਤੇ ਹੀ ਕਰਦਾ ਹੁੰਦਾ ਸੀ, ਇੱਥੇ ਹੀ ਤਬਾਹੀ ਮਚਾਉਂਦਾ, ਲੁੱਟ ਖਸੁੱਟ ਕਰਦਾ। ਤਾਂ ਉਦੋਂ ਇਹ ਮੁਹਾਵਰਾ ਹੋਂਦ ਵਿੱਚ ਆਇਆ ਸੀ ਕਿ ਚੌਂਹਟੇ ਚੁੱਕਣਾ। ਬਾਅਦ ਦੇ ਵਿੱਚ ਜਦੋਂ ਮੁਗਲਾਂ ਨੇ ਹਮਲੇ ਕਰਨੇ ਸ਼ੁਰੂ ਕੀਤੇ, ਨਾਦਰ ਸ਼ਾਹ ਦੁਰਾਨੀ ਦੇ ਸਮੇਂ ਵੀ ਇਹੀ ਲੁੱਟ ਖਸੁੱਟ ਨੂੰ ਪ੍ਰਗਟਾਉਣ ਲਈ ਚੌਂਹਟੇ ਚੁੱਕਣਾ ਹੀ ਮੁਹਾਵਰਾ ਵਰਤਿਆ ਜਾਂਦਾ ਸੀ। ਫਿਰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕੀਤੇ ਤਾਂ ਪੰਜਾਬ ਦੇ ਵਿੱਚ ਇਹ ਬੜਾ ਲੋਕ ਮੂੰਹਾਂ 'ਤੇ ਚੜ੍ਹਿਆ ਸੀ ਮੁਹਾਵਰਾ, ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ। ਜਾਂ ਭਾਰਤ 'ਤੇ ਜਿੰਨੇ ਵੀ ਧਾੜਵੀ ਹਮਲਾਵਰ ਆਏ ਨੇ ਅੰਗਰੇਜ਼ਾਂ ਨੂੰ ਛੱਡ ਕੇ, ਉਹ ਸਾਰੇ ਪੰਜਾਬ ਦੇ ਰਾਹੋਂ ਹੀ ਦਾਖਲ ਹੁੰਦੇ ਰਹੇ ਨੇ। ਤਾਂ ਇਸੇ ਲਈ ਇਹ ਮੁਹਾਵਰਾ ਪ੍ਰਚਲਿਤ ਹੋਇਆ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਹੁਣ ਅਸੀਂ ਗੱਲ ਕਰਦੇ ਹਾਂ ਪੇਟ ਵਿੱਚ ਚੂਹੇ ਦੌੜਨਾ। ਪੇਟ ਵਿੱਚ ਚੂਹੇ ਦੌੜਨਾ ਦਾ ਅਰਥ ਹੈ ਬਹੁਤ ਜ਼ਿਆਦਾ ਭੁੱਖ ਲੱਗਣ। ਆਮ ਅਸੀਂ ਜਦੋਂ ਇਹਦੀ ਗੱਲ ਕਰਦੇ ਹਾਂ ਤੇ ਜਦੋਂ ਇਹਦੀਆਂ ਪਰਤਾਂ ਫਰੋਲਦੇ ਹਾਂ ਤਾਂ ਇਹਦੇ ਵੀ ਕਈ ਰਾਜ਼ ਖੁੱਲ੍ਹਦੇ ਨੇ। ਜਿਸ ਤਰ੍ਹਾਂ ਜਿਹੜੇ ਪਿੰਡ ਨੇ ਉਹ ਗਹੀਰਿਆਂ ਤੋਂ ਪਛਾਣੇ ਜਾਂਦੇ ਨੇ ਤਾਂ ਕਿਸੇ ਪਰਿਵਾਰ ਦੀ ਆਰਥਿਕ ਸਥਿਤੀ ਦੀ ਪਹਿਚਾਣ ਚੂਹਿਆਂ ਤੋਂ ਹੁੰਦੀ ਸੀ। ਉਹ ਕਿਵੇਂ, ਇੱਕ ਵਾਰੀ ਕਹਿੰਦੇ ਦੋ ਵਿਅਕਤੀ ਇੱਕ ਲੜਕੀ ਦਾ ਰਿਸ਼ਤਾ ਕਰਨ ਲਈ ਮੁੰਡਾ ਦੇਖਣ ਗਏ, ਉਹਨਾਂ ਦੇ ਘਰ ਗਏ, ਕੁਝ ਟਾਈਮ ਬੈਠੇ ਤਾਂ ਉਹਨਾਂ 'ਚੋਂ ਇੱਕ ਬੋਲਿਆ ਕਿ ਇੱਥੇ ਤਾਂ ਯਾਰ ਉਹੀ ਨਹੀਂ ਹੈ। ਦੂਜੇ ਨੇ ਵੀ ਜਵਾਬ ਦਿੱਤਾ, ਜੇ ਉਹ ਹੋਵੇ ਤਾਂ ਉਹ ਹੋ। ਇੰਨੀ ਕੁ ਗੱਲਬਾਤ ਕਰਕੇ ਉਹ ਵਾਪਸ ਆ ਗਏ ਤੇ ਉਸ ਘਰ ਲੜਕੀ ਦਾ ਰਿਸ਼ਤਾ ਨਾ ਕੀਤਾ। ਹੁਣ ਇੱਥੇ ਪਹਿਲੇ ਦੀ ਗੱਲ ਕੀ ਸੀ, ਇੱਥੇ ਤਾਂ ਉਹ ਨੇ, ਭਾਵ ਇੱਥੇ ਇਸ ਘਰ 'ਚ ਤਾਂ ਚੂਹੇ ਹੀ ਨਜ਼ਰ ਨਹੀਂ ਆ ਰਹੇ। ਤਾਂ ਦੂਜੇ ਦਾ ਜਿਹੜਾ ਜਵਾਬ ਸੀ ਸੰਕੇਤਕ ਭਾਸ਼ਾ 'ਚ, ਉਹਨੇ ਜਵਾਬ ਦਿੱਤਾ ਕਿ ਜੇ ਅਨਾਜ ਹੋਵੇ ਤਾਂ ਚੂਹੇ ਹੋਣ। ਤਾਂ ਸਿਰਫ ਇੰਨੀ ਗੱਲ ਨਹੀਂ ਸੀ, ਸਗੋਂ ਚੂਹਿਆਂ ਦੇ
ਹਾਲਤ ਦੇਖ ਕੇ ਵੀ ਪਤਾ ਲੱਗਦਾ ਸੀ। ਜੇ ਮੋਟੇ ਤਾਜ਼ੇ ਚੂਹੇ ਹੁੰਦੇ ਸੀ ਤਾਂ ਉੱਥੋਂ ਅੰਦਾਜ਼ਾ ਲਾਇਆ ਜਾਂਦਾ ਸੀ ਕਿ ਜਿਹੜੀ ਘਰ ਦੀ ਆਰਥਿਕਤਾ ਹੈ ਬੜੀ ਵਧੀਆ, ਘਰ ਦੇ ਵਿੱਚ ਖੁਸ਼ਹਾਲੀ ਹੈ। ਜੇ ਚੂਹੇ ਠੀਕ ਠੀਕ ਜੇ ਹੁੰਦੇ ਸੀ ਤਾਂ ਮਤਲਬ ਉਹਨੂੰ ਵੀ ਇਸੇ ਚੀਜ਼ ਨਾਲ ਦੇਖਿਆ ਜਾਂਦਾ ਸੀ ਕਿ ਘਰ ਦੇ ਹਾਲਾਤ ਠੀਕ ਨੇ। ਜੇ ਚੂਹੇ ਬਹੁਤ ਜ਼ਿਆਦਾ ਇੱਧਰੋਂ ਉੱਧਰ ਦੌੜਦੇ ਨਜ਼ਰ ਆਉਂਦੇ ਸੀ ਤਾਂ ਫਿਰ ਉੱਥੋਂ ਇਹ ਅੰਦਾਜ਼ਾ ਲਾਇਆ ਜਾਂਦਾ ਸੀ ਕਿ ਉਹਨਾਂ ਨੂੰ ਖਾਣ ਲਈ ਕੁਝ ਮਿਲ ਨਹੀਂ ਰਿਹਾ, ਉਹ ਉਸ ਦੀ ਭਾਲ ਦੇ ਵਿੱਚ ਇੱਧਰ ਉੱਧਰ ਦੌੜ ਰਹੇ ਨੇ। ਸਮੇਂ ਦੇ ਵਕਫੇ ਦੇ ਨਾਲ ਇਹ ਜਦੋਂ ਕਈ ਵਾਰੀ ਅਣਜਾਣੇ ਦੇ ਵਿੱਚ ਕੋਈ ਸ਼ਹਿਰੀ ਮਤਲਬ ਇਹਦੇ ਅਰਥ ਦੇ ਅਨਰਥ ਕਰ ਦਿੰਦੇ ਆ, ਹਾਸੇ ਦੀ ਵਜ੍ਹਾ ਬਣ ਜਾਂਦੀ ਹੈ। ਇੱਕ ਵਾਰੀ ਇੱਕ ਸ਼ਹਿਰੀ ਪਤੀ ਨੇ ਘਰ ਆ ਕੇ ਆਪਣੀ ਪਤਨੀ ਨੂੰ ਕਿਹਾ ਕਿ ਛੇਤੀ ਛੇਤੀ ਖਾਣਾ ਦੇ, ਮੇਰੇ ਪੇਟ 'ਚ ਚੂਹੇ ਦੌੜ ਰਹੇ ਨੇ। ਤਾਂ ਉਹ ਅੱਗੋਂ ਟੁੱਟ ਕੇ ਪੈ ਗਈ ਕਿ ਮੈਂ ਚੂਹਿਆਂ ਤੋਂ ਨਹੀਂ ਡਰਦੀ, ਮੈਨੂੰ ਚੂਹਿਆਂ ਦਾ ਡਰਾਵਾ ਨਾ ਦੇ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਇਹ ਅਖਾਣ ਮੁਹਾਵਰੇ ਨੇ ਸਾਡੇ ਪੁਰਖਿਆਂ ਦੇ ਜੀਵਨ ਅਨੁਭਵ ਦੇ ਨਿਚੋੜ ਦੇ ਪੱਕੇ ਹੋਏ ਸਿੱਟੇ ਨੇ। ਇਹਨਾਂ ਸਿੱਟਿਆਂ ਵਿੱਚੋਂ ਦਾਣੇ ਕੱਢਣ ਲਈ ਇਹਨਾਂ ਨੂੰ ਮਲਣਾ ਜ਼ਰੂਰੀ ਹੈ। ਤਾਂ ਇਸ ਤਰ੍ਹਾਂ ਇਹਨਾਂ ਦੇ ਅਰਥਾਂ ਨੂੰ ਸਮਝਣ ਲਈ ਸਿਰਫ ਅਵਿਦਾ ਸ਼ਕਤੀ ਨਹੀਂ, ਸਗੋਂ ਲਕਸ਼ਣਾਂ ਤੇ ਵਿਅੰਜਨਾ ਸ਼ਕਤੀ ਦੀ ਵਰਤੋਂ ਦੁਆਰਾ ਹੀ ਅਸੀਂ ਇਹਨਾਂ ਨੂੰ ਜਾਣ ਸਕਦੇ ਹਾਂ, ਇਹਨਾਂ ਦੇ ਅਰਥਾਂ ਨੂੰ ਸਮਝ ਸਕਦੇ ਹਾਂ ਤੇ ਇਹਨਾਂ ਦਾ ਆਨੰਦ ਮਾਣ ਸਕਦੇ ਹਾਂ। ਧੰਨਵਾਦ।